Hello everyone, welcome to TED Bazaar. This is Garima, your English teacher, and we are back again with a new series of Master and Mr. Cadder subject English. जो ਅਸੀਂ ਮਾਸਟਰ ਐਂਡ ਮਿਸਟਰ ਸਕੈਡਰ ਜੋ ਇੰਗਲਿਸ਼ ਹੈ ਸਬਜੈਕਟ ਉਸ ਦੇ ਰਿਗਾਰਡਿੰਗ ਜੋ ਹੈ ਅਸੀਂ ਨਵਾਂ ਕੋਰਸ ਲੈ ਕੇ ਆਏ ਹਾਂ ਦਿਸ ਇਜ਼ ਗਰਿਮਾ ਬੁਲੰਦੀ ਐਂਡ ਫਟਾਫਟ ਤੋਂ ਜੋ ਹੈ ਤੁਸੀਂ ਐਨਰੋਲ ਕਰੋ ਜੋ ਹੈ ਮਾਸਟਰ ਕੈਡਰ ਤੁਹਾਡੀ ਹੀ ਰეკਮੈਂਡੇਸ਼ਨ ਤੇ ਜੋ ਹੈ ਅਸੀਂ ਇਹਨੂੰ ਸਟਾਰਟ ਕੀਤਾ ਹੈ ਸਾਡੇ ਫ੍ਰੀ WhatsApp ਗਰੁੱਪ ਦਾ ਜੇ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣਾ ਨੇਮ ਪੇਪਰ ਸਿਟੀ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਜੋ ਨੰਬਰ ਤੁਹਾਡੀ ਸਕਰੀਨਸ ਦੇ ਉੱਪਰ ਸ਼ੋ ਕਰ ਰਿਹਾ ਹੈ ਉਸ ਦੇ ਉੱਪਰ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਾਂਗੇ ਸਾਡੀ ਆਨਲਾਈਨ ਕੋਚਿੰਗ ਜੋ ਚੱਲ ਰਹੀ ਹੈ ਇਸ ਟਾਈਮ ETT ਦੀ ਚੱਲ ਰਹੀ ਹੈ ਮਾਸਟਰ ਮਿਸਟਰਸ ਕੈਡਰ ਦੀ ਚੱਲ ਰਹੀ ਹੈ PTI ਆਰਟ ਐਂਡ ਕ੍ਰਾਫਟ ਦੀ ਇਹ ਜੋ ਪੋਸਟਾਂ ਜੋ ਹੁਣ ਆਈਆਂ ਨੇ ਇਹਨਾਂ ਦੀ ਕੋਚਿੰਗ ਲਗਾਤਾਰ ਚੱਲਦੀ ਜਾ ਰਹੀ ਹੈ ਸੋ ਇਫ ਯੂ ਵਾਂਟ ਟੂ ਜੁਆਇਨ ਐਨੀ ਕੋਰਸ ਯੂ ਕੈਨ ਜੁਆਇਨ ਬਸ ਤੁਸੀਂ ਕੀ ਕਰਨਾ ਹੈ ਜੋ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਤੇ ਮੈਸੇਜ ਕਰ ਦਿਓ ਹੁਣ ਨੈਕਸਟ ਹੈ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਤਾਂ ਅੱਜ ਅਸੀਂ ਜੋ ਹੈ ਸਿਲੇਬਸ ਡਿਸਕਸ ਕਰਾਂਗੇ ਪਲੱਸ ਜੋ ਹੈ ਇੱਕ ਅੱਧਾ ਰਾਈਟਰ ਜੋ ਹੈ ਸਟਾਰਟ ਕਰਾਂਗੇ ਇਟ ਇਜ਼ ਅ ਡੈਮੋ ਕਲਾਸ ਕ੍ਰਿਟੀਕਲ ਐਂਡ ਹਿਸਟੋਰੀਕਲ ਅੰਡਰਸਟੈਂਡਿੰਗ ਸੋ ਇਹਦੇ ਸਭ ਤੋਂ ਪਹਿਲਾਂ ਦੇਖੋ ਸਾਡਾ ਜਿਹੜਾ ਇੰਗਲਿਸ਼ ਦਾ ਸਿਲੇਬਸ ਹੈ ਉਹ ਏਜਸ ਵਿੱਚ ਵੰਡਿਆ ਹੋਇਆ ਹੈ ਇੰਡੀਅਨ ਇੰਗਲਿਸ਼ ਰਾਈਟਰਸ ਹੈ ਇਹਦੇ ਵਿੱਚ ਜੈਕੋਬੀਅਨ ਏਜ ਹੈ ਇਹਦੇ ਵਿੱਚ ਜੋ ਹੈ ਐਲਿਜ਼ਾਬੈਥਨ ਏਜ ਹੈ ਰੋਮਾਂਟਿਕ ਏਜ ਹੈ ਮਾਡਰਨ ਏਜ ਹੈ ਕੰਟੈਂਪਰੇਰੀ ਏਜਸ ਹੈ ਹਰ ਏਜ ਦੇ ਵਿੱਚ ਜੋ ਹੈ ਕੁਐਸਚਨਸ ਪੁੱਛੇ ਜਾਂਦੇ ਹੈ ਇੰਡੀਅਨ ਇੰਗਲਿਸ਼ ਰਾਈਟਰਸ ਦੇ ਵਿੱਚ ਸਾਡੇ ਕੋਲ ਜਿਹੜੇ ਰਾਈਟਰਸ ਆ ਗਏ ਇੱਕ ਤਾਂ ਟਰਾਇਓ ਹੀ ਆ ਗਿਆ ਜਿਹੜਾ RK ਨਾਰਾਇਣ ਠੀਕ ਹੈ ਮੁਲਕ ਰਾਜ ਆਨੰਦ ਐਂਡ ਜੋ ਹੈ ਸਾਡਾ ਰਾਜਾ ਰਾਓ ਇਹਨਾਂ ਦਾ ਟਰਾਇਓ ਆ ਗਿਆ ਪਲੱਸ ਅਰੁਣਧਤੀ ਰੋਏ ਖੁਸ਼ਵੰਤ ਸਿੰਘ ਅਨੀਤਾ ਦੇਸਾਈ ਰਵਿੰਦਰਨਾਥ ਟੈਗੋਰ ਸਰੋਜਨੀ ਨਾਇਡੂ AK ਰਾਮਾਨੁਜਨ ਤੇ ਅਮਿਤਾਭ ਘੋਸ਼ ਇੰਡੀਅਨ ਇੰਗਲਿਸ਼ ਰਾਈਟਰਸ ਦੇ ਵਿੱਚੋਂ ਜੇਕਰ ਅਸੀਂ ਦੇਖੀਏ ਤਾਂ ਪਿਛਲੇ ਪੇਪਰਸ ਨੂੰ ਦੇਖਿਆ ਜਾਵੇ ਤਾਂ 10 ਨੰਬਰ ਦਾ ਜੋ ਪੇਪਰ ਹੈ ਐਵਰੇਜ ਲਗਾ ਕੇ ਚੱਲ ਰਿਹਾ ਕਿ 10 ਨੰਬਰ ਦਾ ਜੋ ਪੇਪਰ ਹੈ ਉਹ ਆਂਦਾ ਹੀ ਆਂਦਾ ਹੈ ਅਪਰੋਕਸੀਮੇਸ਼ਨ ਹੈ 10 ਤੋਂ 12 ਵੀ ਹੋ ਸਕਦੇ ਹੈ ਤੇ 10 ਤੋਂ 9 ਵੀ ਹੋ ਸਕਦੇ ਹੈ ਬਟ ਇੰਨੇ ਕੁਐਸਚਨਸ ਆਏ ਹੋਏ ਹੈ ਨੈਕਸਟ ਆ ਗਿਆ ਜੀ ਐਲਿਜ਼ਾਬੈਥਨ ਏਜ ਦੇ ਵਿੱਚ ਜੋ ਹੈ ਕ੍ਰਿਸਟੋਫਰ ਮਾਰਲੋਫ ਸ਼ੇਕਸਪੀਅਰ ਐਂਡ ਐਡਮੰਡ ਸਪੈਂਸਰ ਹੈ ਇਹਦੇ ਚੋਂ 5 ਨੰਬਰ ਤੱਕ ਦਾ ਜੋ ਹੈ ਪੇਪਰ ਸੈੱਟ ਕੀਤਾ ਜਾਂਦਾ ਹੈ ਜੈਕੋਬੀਅਨ ਟੂ ਰੈਸਟੋਰੇਸ਼ਨ ਜੋ ਹੈ ਇਹ ਜੌਨ ਡਨ ਜੌਨ ਮਿਲਟਨ ਬੈਨ ਜੌਨਸਨ ਐਂਡ ਜੌਨ ਡਰਾਈਡਨ ਚਾਰੋਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ ਵੀ ਕੀ ਹੈ 5 ਤੋਂ 8 ਨੰਬਰ ਦਾ ਪੇਪਰ ਜੋ ਹੈ ਫਰੇਮ ਹੋ ਕੇ ਆਂਦਾ ਹੈ ਨੈਕਸਟ ਵਨ ਇਜ਼ ਯੋਰ ਆਗਸਟਨ ਏਜ ਇਹਦੇ ਵਿੱਚ ਅਲੈਗਜ਼ੈਂਡਰ ਪੋਪ ਜੋਨਾਥਨ ਸਵਿਫਟ ਜੋਸਫ ਐਡੀਸਨ ਸੈਮੂਅਲ ਰਿਚਰਡਸਨ ਐਂਡ ਹੈਨਰੀ ਫੀਲਡਿੰਗ ਆਉਂਦੇ ਹੈ ਸੈਮੂਅਲ ਰਿਚਰਡਸਨ ਐਂਡ ਹੈਨਰੀ ਫੀਲਡਿੰਗ ਜੋ ਹੈ ਇੰਪੋਰਟੈਂਟ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਅਲੈਗਜ਼ੈਂਡਰ ਪੋਪ ਵੀ ਇੰਪੋਰਟੈਂਟ ਨੇ ਇਹਨਾਂ ਚੋਂ ਵੀ ਜੋ ਹੈ 8 ਤੋਂ 10 ਨੰਬਰ ਦਾ ਪੇਪਰ ਜੋ ਹੈ ਫਰੇਮ ਹੋ ਕੇ ਆਉਂਦਾ ਹੈ ਨੈਕਸਟ ਹੈ ਸਾਡੇ ਕੋਲ ਰੋਮਾਂਟਿਕ ਪੀਰੀਅਡ ਵਿਚ ਇਜ਼ ਅ ਵੈਰੀ ਇੰਪੋਰਟੈਂਟ ਪੀਰੀਅਡ ਇਨ ਦ ਇੰਗਲਿਸ਼ ਲਿਟਰੇਚਰ ਠੀਕ ਹੈ ਜੀ ਸੋ ਇਹਦੇ ਵਿੱਚ ਬਹੁਤ ਹੀ ਫੇਮਸ ਪੋਇਟ ਜਿਹੜੇ ਨੇ ਸਾਰੇ ਸਾਡੇ ਆ ਜਾਂਦੇ ਲਾਈਕ ਵਿਲੀਅਮ ਬਲੇਕ ਹੋ ਗਿਆ ਵਿਲੀਅਮ ਵਰਡਸਵਰਥ ਹੋ ਗਿਆ ST ਕਾਲਰੇਜ ਸੈਮੂਅਲ ਟੇਲਰ ਕਾਲਰੇਜ ਲਾਰਡ ਬਾਇਰਨ PB ਸ਼ੈਲੀ ਪਰਸੀ ਬਾਇਸ ਸ਼ੈਲੀ ਜੌਨ ਕੀਟਸ ਜੇਨ ਆਸਟਨ ਸਰ ਵਾਲਟਰ ਸਕॉट ਮੈਰੀ ਸ਼ੈਲੇ ਐਂਡ ਮੈਥਿਊ ਜਾਰਜ ਲੂਇਸ ਲੇ ਹੰਟ ਮੈਰੀ ਵਿਲਸਟਨ ਕ੍ਰਾਫਟ ਇਹ ਸਭ ਦੇ ਸਭ ਜੋ ਹੈ ਆ ਜਾਂਦੇ ਹੈ ਤੇ ਇਹਦੇ ਚੋਂ 10 ਤੋਂ 15 ਮਾਰਕਸ ਦਾ ਜੋ ਹੈ ਪੇਪਰ ਸੈੱਟ ਹੁੰਦਾ ਹੈ ਵਿਕਟੋਰੀਅਨ ਪੀਰੀਅਡ ਸਾਡੇ ਕੋਲ ਐਲਫਰਡ ਲਾਰਡ ਟੈਨੀਸਨ ਰੋਬਰਟ ਬਰਾਉਨਿੰਗ ਥਾਮਸ ਕਾਰਲਾਈਲ ਜੌਨ ਰਸਕਿਨ ਵਾਲਟਰ ਪੇਟਰ ਸ਼ਾਰਲਟ ਬ੍ਰੌਂਟੇ ਐਮਿਲੀ ਬ੍ਰੌਂਟੇ ਚਾਰਲਸ ਡਿਕਨਸ ਥਾਮਸ ਹਾਰਡੀ ਜਾਰਜ ਈਲੀਅਟ ਸੈਮੂਅਲ ਬਟਲਰ ਐਲਿਜ਼ਾਬੈਥ ਗਾਸਕਲ ਐਂਡ ਮੈਥਿਊ ਆਰਨਲਡ ਆ ਜਾਂਦੇ ਆ ਇਹਦੇ ਵਿੱਚ ਜੋ ਹੈ 8 ਨੰਬਰ ਦਾ ਕੁਐਸਚਨ 8 ਤੋਂ 10 ਨੰਬਰ ਤੁਹਾਨੂੰ ਮਿਲ ਜਾਣਗੇ ਪੇਪਰ ਦੇ ਵਿੱਚ ਕੁਐਸਚਨਸ ਦੇ ਨੈਕਸਟ ਹੈ ਜੀ ਮਾਡਰਨ ਪੀਰੀਅਡ ਦੇ ਵਿੱਚ TS ਈਲੀਅਟ ਵਰਜੀਨੀਆ ਵੁਲਫ ਜੋਸਫ ਕੌਂਡਰ ਜੇਮਸ ਜॉयस CM ਫੋਸਟਰ DH ਲਾਰੈਂਸ WB ਈਸਟ ਯਾਨੀ ਵਿਲੀਅਮ ਬਟਲਰ ਈਸਟ ਜਾਰਜ ਬਰਨਾਰਡ ਸ਼ਾ ਹੈਰੋਲਡ ਪਿੰਟਰ ਸੈਮੂਅਲ ਬੈਕਟ ਐਲ ਰਿਚਰਡਸ FR ਲੈਵਿਸ ਐਂਡ ਵਿਲੀਅਮ ਐਮਸਨ ਇਹ ਤੁਹਾਨੂੰ ਮਾਡਰਨ ਪੀਰੀਅਡ 'ਚ ਦੇਖਣ ਨੂੰ ਮਿਲਣਗੇ ਤੇ ਇਹਨਾਂ 'ਚੋਂ ਵੀ ਕੀ ਹੈ 10 ਨੰਬਰ ਦਾ ਕੁਐਸਚਨ ਐਵਰੇਜ ਨਾਲ ਜੋ ਹੈ ਆਂਦਾ ਹੈ ਕੰਟੈਂਪਰੇਰੀ ਜੋ ਹੈ ਮਾਡਰਨ ਪੀਰੀਅਡ ਸਾਡਾ ਇਹਦੇ ਵਿੱਚ ਕੀ ਹੈ ਕੰਟੈਂਪਰੇਰੀ ਪੀਰੀਅਡ ਜੋ ਹੈ ਉਹਦੇ ਵਿੱਚ ਫਿਲਿਪ ਲਾਰਕਿਨ ਟੈਡ ਹਿਊਜ਼ ਜੋ ਹੈ ਬਹੁਤ ਇੰਪੋਰਟੈਂਟ ਹੈ ਸਟੀਵੀ ਸਮਿਥ ਸੀਮਸ ਹੀਨੀ ਇਵਾਨ ਬੋਲੈਂਡ ਜਾਰਜ ਔਰਵੈਲ ਵਿਲੀਅਮ ਗੋਲਡਿੰਗ ਡੋਰਿਸ ਲੈਸਿੰਗ ਗ੍ਰਾਹਮ ਗ੍ਰੀਨੀ ਇੱਥੇ ਸਪੈਲਿੰਗ ਦਾ ਐਰਰ ਹੈ ਜੀ ਵਿਲੀਅਮ ਗੋਲਡਿੰਗਸ ਤੋਂ ਬਾਅਦ ਇੱਥੇ ਜੋ ਹੈ ਕੋਮਾ ਆਏਗਾ ਪਹਿਲਾਂ ਤਾਂ ਜੀ ਨੈਕਸਟ ਇੱਥੇ ਜੋ ਹੈ ਸੈਕਿੰਡ ਚੀਜ਼ ਗ੍ਰਾਹਮ ਗ੍ਰੀਨੀ ਆਏਗਾ ਸਲਮਾਨ ਰਸ਼ਦੀ VS ਨਾਇਪੋਲ ਐਂਡ ਸਟੀਫਨ ਲੀਕੌਕ ਜੋ ਹੈ ਇਹਦੇ ਕੰਟੈਂਪਰੇਰੀ ਪੀਰੀਅਡਸ ਦੇ ਰਾਈਟਰਸ ਨੇ
ਨੈਕਸਟ ਆ ਗਿਆ ਲਿਟਰੇਰੀ ਟਰਮਸ ਬਹੁਤ ਇੰਪੋਰਟੈਂਟ ਨੇ ਤੇ ਬਹੁਤ ਸਾਰੀਆਂ ਨੇ, ਬਟ ਕੁਛ ਹੀ ਜੋ ਹੈ ਫੇਮਸ ਜੋ ਨੇ ਇੰਪੋਰਟੈਂਟ ਨੇ ਉਹਨਾਂ ਦੇ ਵਿੱਚੋਂ ਕੁਐਸਚਨਸ ਪੁੱਛੇ ਜਾਂਦੇ ਆ ਜੋ ਰਿਪੀਟ ਹੁੰਦੀਆਂ ਨੇ ਟਰਮਸ। ਠੀਕ ਹੈ, ਗ੍ਰਾਮਰ ਐਂਡ ਲਿੰਗੁਇਸਟਿਕਸ ਦੇ ਵਿੱਚ ਅਸੀਂ ਪਿਛਲੀ ਵਾਰ ਪੇਪਰਸ ਦੇਖਿਆ ਤਾਂ ਉਹਨਾਂ ਦੇ ਵਿੱਚ ਜੋ ਹੈ ਲਿੰਗੁਇਸਟਿਕ ਪੋਰਸ਼ਨ ਜੋ ਹੈ ਬਹੁਤ ਜ਼ਿਆਦਾ ਆਇਆ ਹੈ। ਗ੍ਰਾਮਰ ਦਾ ਪਿਛਲੀ ਵਾਰ ਕੁਛ ਵੀ ਕੁਐਸਚਨਸ ਦੇ ਵਿੱਚ ਕੁਛ ਵੀ ਨਹੀਂ ਸੀ। ਸੋ ਫਰੇਜ਼ ਸਟਰਕਚਰ ਰੂਲ ਆ ਗਿਆ, ਟਰਾਂਸਫੋਰਮੇਸ਼ਨਲ TG ਗ੍ਰਾਮਰ ਰੂਲ ਆ ਗਿਆ, ਟਰਾਂਸਫੋਰਮੇਸ਼ਨਲ ਰੂਲ ਹੋ ਗਏ, ਸਿਮੈਂਟਿਕ ਲੈਂਗੁਏਜ, ਸੋਸ਼ਲ ਲਿੰਗੁਇਸਟਿਕਸ ਆ ਗਈ, ਲੈਂਗੁਏਜ ਦੀ ਵੈਰਾਈਟੀ, ਡਾਇਲੈਕਟ, ਐਕਸੈਂਟ, ਰਜਿਸਟਰ, ਸਾਈਕੋਲਿੰਗੁਇਸਟਿਕ ਨੇਚਰ, ਐਪਲੀਕੇਸ਼ਨ, ਬਿਹੇਵੀਅਰਿਸਟ, ਕੋਗਨੀਟਿਵ, ਮੈਂਟਲ ਵਿਊਜ਼ ਆਫ ਲੈਂਗੁਏਜ, ਇੰਡੀਵਿਜੂਅਲ ਡਿਫਰੈਂਸਿਸ, ਲਿੰਗੁਇਸਟਿਕਸ ਦੇ ਸਾइंस, स्पीड एंड राइटिंग, एंथ्रोपोलॉजिस्ट, ऑर्गन ऑफ स्पीच, डिस्क्रिप्शन जो कि बहुत इंपॉर्टेंट है, क्लासिफिकेशन जो बहुत इंपॉर्टेंट है, मॉर्फोलॉजी एंड वर्ड फॉर्मेशन, इन्हों के विचों भी जो है क्वेश्चंस फ्रेम होके आए ने। डिफिकल्टी लैवल जो है वो ग्रैजुएशन तक का मैंशन किया हुआ है, बट फिर भी ये मास्टर्स के भी कुछ चीज़ां पूछिया जांदियां ने। बहुत सारे प्ले इहो जे भी ने जो कि मास्टर्स के सानू लगे भी हुए सी। सो ये नाल साडा जो है डिस्कशन जे मैं कहां लिंग्विस्टिक पोर्शन चो जे देखा जाए तो 15 नंबर का जो है पेपर आंदा है। ठीक है जी, सो ये तो सी मार्क्स डिवीजन जो असी एवरेज या अप्रॉक्सीमेशन ला के चल रहे हैं। नैक्सट जो है हुण आपां गल करते हाँ अज दे जो साडे इंडियन राइटर सी अनीता देसाई हैगे है, अनीता देसाई उन्हां दे बारे, विच इज़ अ वेरी फेमस राइटर। ठीक है, ये हले भी अलाइव ने। सो इन्हां दे बारे अज आपां गल करांगे। 1937 दे विच जो है ये बॉर्न ने अनीता देसाई। देखो अगर तुसी कोई भी टैक्सट पढ़ते हो, एक है आप चीज़ां नूं याद रखना, एक हैगा इंपॉर्टेंट चीज़ां नूं याद रखना। मेन असी याद बहुत सब चीज़ां नहीं रख सकते है ना, बट सानू आइडिया इन्ना क रह जावे कि आ चीज़ असी किहदे विच पढ़ी है। सो अनीता देसाई जी जो है वो 1937 दे बॉर्न है, तो हले तक जो है वो जिंदा ने। ते बर्थ जो है तुसी इंपॉर्टेंट हुंदा है किसी भी राइटर का, तो बर्थ डेट या बर्थ ईयर तुसी कदे भी नहीं भुलना। सब तो पहला काम है तुहाडा उनका बर्थ याद करना। सैकेंडरी चीज़ है उसके नाम के बारे अगर कोई स्पैशलिटी है। सो अनीता देसाई का भी जो है फुल नेम जो है अनीता मजूमदार देसाई है, एक इंडियन नॉवलिस्ट है। सो फुल नेम भी कई बार पूछा जाता है पेपर के पॉइंट ऑफ व्यू तो। सो दिस इज़ अगैन एन इंपॉर्टेंट फैक्ट। सब तो पहला बर्थ डेट याद होना चाहिए, दैन अगर उस परसन का कोई फुल नेम है या फिर उस परसन का कोई पेन नेम है तो वो सानू याद होना चाहिए। नैक्सट है जी अनीता देसाई जो है इंडियन साइकोलॉजिकल नावल की मदर मनी जाती है। साइकोलॉजिकल नावल्स तो बहुत सारे लिखे गए हैं, बट जो अनीता देसाई है इन्होंने इंडियन साइकोलॉजिकल नावल नू की है एक राह दी है, एक नवी जो दिशा दी है। सो उनके उपर ज़्यादा इंफेसिस करते सी। ठीक है, जो कि साइकोलॉजी करैक्टर्स की सोच नाल जो है सोच सामने लैके आते सी, उभारते सी। इहो जे नॉवल्स इन्होंने लिखे है, प्रॉब्लम्स उन्होंने करैक्टर्स के जो माइंड विच चल रही हैं, जो उन्होंने साइकोलॉजी चल रही हैं, उन्होंने डिपिक्ट करते सी। तो इन्हों माँ मनिया जाता है इंडियन साइकोलॉजिकल नॉवल का। सो इंडियन इत्थे वर्ड बहुत ध्यान रखना है तुसी। ठीक है जी, नैक्सट चीज़ आ गई जी इन्हों के फादर हैगे सी जी बंगाली एंड मदर हैगे सी जर्मन। सो दो कल्चर्स का मिक्सचर है, तो दो लैंग्वेजिज आपे ही आन गया, बंगाली भी मिली इन्हों, जर्मनी भी मिली है ना, जर्मन लैंग्वेज सॉरी मिली इन्हों। ये सैटल डाउन दिल्ली दे विच हो गए सी। लैंग्वेज होर इन्हों किहड़ियां आंदियां ने, वो है इंग्लिश, हिंदी, उर्दू। ठीक है, जर्मन एंड बंगाली तो आती है बाय बर्थ, तो उन्होंने तो हेरिडिटी मिली है ना। सो ये कुछ लैंग्वेजेस ने जो इन्हों आती है, जो सिर्फ ध्यान रखने की जरूरत है। नैक्सट आ गया जी इन्हों दे सब तो इंपॉर्टेंट चीज़ आती है। नैक्सट इज़ शॉर्ट लिस्टेड फॉर बुकर प्राइज फॉर द नॉवल्स 3 टाइम्स। 3 बार ये शॉर्ट लिस्ट होए बुकर प्राइज वास्ते। बहुत ही एक हैरानी की गल है, बट की है कि किरण देसाई जो कि इन्हों की ही बेटी है, उन्होंने बुकर प्राइज मिलया है, बट ये 3 बारी शॉर्ट लिस्टेड होए ने। सो जो माँ का सपना सी वो बेटी ने पूरा किया है। बुकर प्राइज अगर आप इंग्लिश लिटरेचर की गल कर रहे हैं तो बुकर प्राइज इज़ अ वेरी इंपॉर्टेंट पार्ट है ना, तो असी इस चीज़ को स्किप नहीं कर सकते। इंपॉर्टेंट चीज़ां सब तो पहला ही ध्यान च रखनी होंदी है। बुकर प्राइज बहुत ही इंपॉर्टेंट है। सो अगर तुसी इंडियन की गल कर रहे हो तो इंडियन दे विच तां तुहानूं साहित्य अकैडमी अवार्ड, पद्म भूषण, ठीक है, इस तरीके के अवार्ड्स तुहानूं याद रहने ही चाहिए।
ਜੇ ਤੁਸੀਂ ਬੁੱਕਰ ਪ੍ਰਾਈਜ਼ ਤੁਹਾਨੂੰ ਯਾਦ ਰਹਿਣਾ ਚਾਹੀਦਾ ਹੈ। ਸੋ ਹੁਣ ਕਿਹੜੇ 3 ਨੋਵਲਸ ਨੇ ਜਿਨ੍ਹਾਂ ਵਾਸਤੇ ਇਹਨਾਂ ਨੂੰ ਜੋ ਹੈ ਬੁੱਕਰ ਪ੍ਰਾਈਜ਼ ਮਿਲਿਆ ਹੈ, ਤਾਂ ਉਹ ਹੈਗਾ ਜੀ ਦ ਕਲੀਅਰ ਲਾਈਟ ਆਫ ਦ ਡੇ, ਠੀਕ ਹੈ, ਇੱਕ ਹੈਗਾ ਇਨ ਕਸਟਡੀ, ਇੱਕ ਹੈਗਾ ਇਹਨਾਂ ਦਾ ਫਾਸਟਿੰਗ ਫੀਸਟਿੰਗ, ਠੀਕ ਹੈ ਜੀ। ਦ ਕਲੀਅਰ ਲਾਈਟ ਆਫ ਦ ਡੇ, ਇਨ ਕਸਟਡੀ ਐਂਡ ਫਾਸਟਿੰਗ ਫੀਸਟਿੰਗ ਇਹਨਾਂ ਦੇ ਨੋਵਲਸ ਨੇ 3 ਜਿਨ੍ਹਾਂ ਜੋ ਕਿ ਨੋਮੀਨੇਟ ਹੋਏ ਸੀ, ਸ਼ਾਰਟਲਿਸਟ ਹੋਏ ਸੀ ਬੁੱਕਰ ਪ੍ਰਾਈਜ਼ ਵਾਸਤੇ, ਜੋ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਗੱਲ ਹੈ, ਠੀਕ ਹੈ ਜੀ। ਸੈਕੰਡਰੀ ਚੀਜ਼ ਕੀ ਹੈ ਕਿ ਤੁਹਾਨੂੰ ਕੁਐਸਚਨ ਇਸ ਤਰੀਕੇ ਨਾਲ ਫਰੇਮ ਹੋ ਸਕਦਾ ਹੈ ਕਿ ਕਿਹੜਾ ਨੋਵਲ ਜੋ ਹੈ ਉਹ ਬੁੱਕਰ ਪ੍ਰਾਈਜ਼ ਵਾਸਤੇ ਨੋਮੀਨੇਟ ਨਹੀਂ ਹੋਇਆ, ਜਾਂ ਫਿਰ ਇਹਨਾਂ ਵਿੱਚੋਂ ਕਿਹੜਾ ਨੋਵਲ ਹੈ ਜੋ ਬੁੱਕਰ ਪ੍ਰਾਈਜ਼ ਵਾਸਤੇ ਨੋਮੀਨੇਟ ਹੋਇਆ ਹੈ। ਤੁਹਾਨੂੰ ਇਹ ਨਾਮ ਯਾਦ ਰੱਖਣੇ ਬਹੁਤ ਜ਼ਰੂਰੀ ਨੇ, ਪਲੱਸ ਇਹਨਾਂ ਦੇ ਈਅਰਸ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ, ਜੋ ਅੱਗੇ ਅਸੀਂ ਫਰਦਰ ਜਦੋਂ ਇਹਨਾਂ ਦੀ ਡਿਟੇਲ ਕਰਾਂਗੇ ਡਿਸਕਸ ਕਰਾਂਗੇ। ਸੋ ਇਹ ਕੀ ਤਿੰਨੋਂ ਕੀ ਹੋ ਗਏ, ਇੰਪੋਰਟੈਂਟ ਵਰਕ ਹੋ ਗਏ। ਨੈਕਸਟ ਆ ਗਏ ਜੀ ਅਵਾਰਡ, ਇੰਪੋਰਟੈਂਟ ਵਰਕਸ ਦੇ ਵਿੱਚ ਜੋ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਆਉਂਦਾ ਹੈ ਕ੍ਰਾਈ ਦ ਪੀਕੌਕ, ਜੋ ਕਿ 1963 ਦੇ ਵਿੱਚ ਇਹਨਾਂ ਨੇ ਲਿਖਿਆ, ਫਸਟ ਨਾਵਲ ਕਿਹਾ ਜਾਂਦਾ ਇਹਨਾਂ ਨੂੰ ਇਸ ਨੂੰ। ਕ੍ਰਾਈ ਦ ਪੀਕੌਕ ਦੇਖੋ 1963 ਦੇ ਵਿੱਚ ਆਇਆ, ਨਹੀਂ ਫਸਟ ਵਰਕ ਜੋ ਹੈ ਤੁਹਾਨੂੰ ਫਸਟ ਚੀਜ਼ ਜਿੱਥੇ ਫਸਟ ਸ਼ਬਦ ਜਿੱਥੇ ਆ ਜਾਂਦਾ ਹੈ ਉਹ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਹੈ, ਉਸ ਚੀਜ਼ ਨੂੰ ਤੁਸੀਂ ਸਕਿਪ ਕਦੇ ਨਹੀਂ ਕਰਨਾ। ਤਾਂ ਪਹਿਲਾ ਵਰਕ ਇਹਨਾਂ ਦਾ 1963 ਦੇ ਵਿੱਚ ਲਿਖਿਆ ਗਿਆ, ਉਸ ਤੋਂ ਬਾਅਦ ਸੀਰੀਜ਼ ਚੱਲਦੀ ਜਾਏਗੀ। ਕ੍ਰਾਈ ਦ ਪੀਕੌਕ ਤੋਂ ਬਾਅਦ ਜੋ ਹੈ ਇਹਨਾਂ ਦਾ ਆਇਆ ਸੀ ਵੌਇਸ ਇਨ ਦ ਸਿਟੀ, ਜੋ ਕਿ 2 ਸਾਲ ਬਾਅਦ ਆਇਆ, ਵੌਇਸ ਇਨ ਦ ਸਿਟੀ, ਦੈਟ ਇਜ਼ ਇਨ 1965। ਆਫਟਰ ਦੈਟ ਆਇਆ ਸੀ ਬਾਏ ਬਾਏ ਬਲੈਕਬਰਡ, 1971 ਦੇ ਵਿੱਚ ਆਇਆ। ਉਸ ਤੋਂ ਬਾਅਦ ਆਏਗਾ ਵੇਅਰ ਸ਼ੈਲ ਵੀ ਗੋ ਦਿਸ ਸਮਰ, ਕਿ ਅਸੀਂ ਇਸ ਸਮਰ ਵਿੱਚ ਕਿੱਥੇ ਜਾਈਏ, ਦੈਟ ਇਜ਼ ਇਨ 1975, ਠੀਕ ਹੈ, ਵੇਅਰ ਸ਼ੈਲ ਵੀ ਗੋ ਦਿਸ ਸਮਰ। ਆਫਟਰ ਦੈਟ ਆਇਆ ਕੈਟ ਔਨ ਅ ਹਾਊਸ ਬੋਟ, ਕੈਟ ਔਨ ਅ ਹਾਊਸ ਬੋਟ ਤੋਂ ਬਾਅਦ ਦੇਖੋ 75 ਤੋਂ ਬਾਅਦ ਹੁਣ ਸੀਕੁਐਂਸ ਚੱਲਦਾ ਰਹੇਗਾ 80 ਤੱਕ, ਹਰ ਸਾਲ ਇੱਕ ਨਾ ਇੱਕ ਨੋਵਲ ਇਹਨਾਂ ਨੇ ਲਿਖਿਆ 75 to 80। ਸੋ ਕੈਟ ਔਨ ਅ ਹਾਊਸ ਬੋਟ ਤੋਂ ਬਾਅਦ ਆਏਗਾ ਫਾਇਰ ਔਨ ਦ ਮਾਊਂਟੇਨ, ਵਿਚ ਇਜ਼ ਮੋਸਟ ਇੰਪੋਰਟੈਂਟ ਨੋਵਲ ਰਿਟਨ ਇਨ 1977, ਤੇ ਇਹਦੇ ਵਾਸਤੇ ਇਹਨਾਂ ਨੂੰ ਸਾਹਿਤਯ ਅਕਾਦਮੀ ਅਵਾਰਡ ਮਿਲਿਆ ਸੀ, ਠੀਕ ਹੈ। ਸਾਹਿਤਯ ਅਕਾਦਮੀ ਅਵਾਰਡ ਜੋ ਹੈ ਇਹਨਾਂ ਨੂੰ ਫਾਇਰ ਔਨ ਦ ਮਾਊਂਟੇਨ ਵਾਸਤੇ ਮਿਲਿਆ ਸੀ, ਤਾਂ ਇਸ ਨੂੰ ਕਿਸੇ ਹਾਲਤ 'ਚ ਸਕਿਪ ਨਹੀਂ ਕਰਨਾ, ਇਸ ਦੇ ਕੈਰੈਕਟਰਸ ਨੂੰ, ਇਸ ਦੇ ਈਅਰ ਨੂੰ, ਇਸ ਦੀ ਸਟੋਰੀ ਲਾਈਨ ਨੂੰ ਤੁਸੀਂ ਨਹੀਂ ਭੁੱਲ ਸਕਦੇ, ਠੀਕ ਹੈ ਜੀ। ਸੋ ਫਾਇਰ ਔਨ ਦ ਮਾਊਂਟੇਨ ਤੋਂ ਬਾਅਦ ਆਏਗਾ ਗੇਮਸ ਐਟ ਟਵਾਈਲਾਈਟ, 1978 ਵਿੱਚ ਆਇਆ। ਨੈਕਸਟ ਆਏਗਾ ਕਲੀਅਰ ਲਾਈਟ ਆਫ ਦ ਡੇ, ਜੋ ਕਿ 1980 ਦੇ ਵਿੱਚ ਆਇਆ, ਸੋਰੀ ਇਸ ਤੋਂ ਪਹਿਲਾਂ ਵੀ ਇੱਕ ਆਂਦਾ ਹੈ, ਦੈਟ ਇਜ਼ ਪੀਕੌਕ ਗਾਰਡਨ। ਦ ਪੀਕੌਕ ਗਾਰਡਨ ਜੋ ਹੈ ਉਹ 1979 'ਚ ਆਇਆ, ਐਂਡ ਦੈਨ ਆਇਆ ਕਲੀਅਰ ਲਾਈਟ ਆਫ ਦ ਡੇ, ਜੋ ਕਿ ਆਟੋਬਾਇਓਗ੍ਰਾਫੀ ਵੀ ਕਹੀ ਜਾਂਦੀ ਹੈ, 1980 ਦੇ ਵਿੱਚ ਆਈ ਸੀ ਇਹ। ਸੋ 80 ਤੱਕ ਦਾ ਜੋ ਕ੍ਰਮ ਹੈ ਉਹ 75 to 80 ਤਾਂ ਇਸ ਸੀਕੁਐਂਸ ਵਿੱਚ ਹੀ ਚੱਲ ਰਹੀ ਹੈ, ਐਵਰੀ ਈਅਰ ਦੇਰ ਇਜ਼ ਅ ਨੋਵਲ, ਠੀਕ ਹੈ। ਨੈਕਸਟ ਆ ਗਿਆ ਦ ਵਿਲੇਜ ਬਾਏ ਦ ਸੀ, ਦੈਟ ਇਜ਼ ਇਨ 1982, 2 ਸਾਲਾਂ ਦੇ ਬਾਅਦ ਆਇਆ। ਨੈਕਸਟ ਆਇਆ ਜੀ ਇਨ ਕਸਟਡੀ, ਇਨ ਕਸਟਡੀ ਜੋ ਹੈ ਉਹ 1984, 1984 ਆਪਾਂ ਯਾਦ ਰੱਖ ਸਕਦੇ ਹਾਂ, ਦੰਗੇ ਹੋਏ ਸੀ ਉਦੋਂ, ਜੋ ਹੈ ਦੰਗਿਆਂ 'ਚ ਬਹੁਤ ਸਾਰੇ ਜਣਿਆਂ ਨੂੰ ਕੀ ਹੈ ਜੇਲ੍ਹ 'ਚ ਬੰਦ ਕਰ ਦਿੱਤਾ ਸੀ, ਕਸਟਡੀ 'ਚ ਲੈ ਲਿਆ ਸੀ, ਸਰਕਾਰ ਨੇ ਆਪਣੀ ਹਿਰਾਸਤ 'ਚ ਲੈ ਲਿਆ ਸੀ, ਤਾਂ ਇਨ ਕਸਟਡੀ ਜੋ ਹੈ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ 84 ਦੇ ਦੰਗਿਆਂ ਤੋਂ। ਹੁਣ ਦੇਖੋ ਵਰਕਸ ਇਹਨਾਂ ਦੇ ਹੋਰ ਵੀ ਹੈ, ਬਟ ਪ੍ਰੋਬਲਮ ਇਹ ਆਉਂਦੀ ਹੈ ਕਿ ਵਰਕਸ ਨੂੰ ਅਸੀਂ ਯਾਦ ਕਿਵੇਂ ਰੱਖੀਏ। ਸੋ ਉਹਦੇ ਲਈ ਜੋ ਹੈ ਆਪਾਂ ਨੂੰ ਕੋਈ ਨਾ ਕੋਈ ਸਟੋਰੀ ਜਾਂ ਕੋਈ ਨਾ ਕੋਈ ਟ੍ਰਿਕ ਬਣਾਉਣੀ ਪੈਂਦੀ ਹੈ। ਸੋ ਮੈਂ ਜੋ ਹੈ ਇੱਕ ਆਪਣੇ ਬੈਸਟ ਦੇ ਜੋ ਹੈ ਨੌਲੇਜ ਦੇ ਨਾਲ ਇੱਕ ਟ੍ਰਿਕ ਬਣਾਈ, ਮਤਲਬ ਉਹ ਟ੍ਰਿਕ ਸੈਂਸਿਬਲ ਵੀ ਹੋ ਸਕਦੀ ਹੈ ਜਾਂ ਜੋ ਇਲੌਜੀਕਲ ਵੀ ਹੋ ਸਕਦੀ ਹੈ, ਬਟ ਚੀਜ਼ਾਂ ਯਾਦ ਰੱਖਣੀਆਂ ਜ਼ਰੂਰੀ ਹੈ। ਦੇਖੋ ਫਸਟ ਵਰਕ ਸਾਨੂੰ ਯਾਦ ਰੱਖਣਾ ਜ਼ਰੂਰੀ ਹੈ, ਅਨੀਤਾ ਦੇਸਾਈ ਦੇਖੋ ਪੀਕੌਕ ਦੀ ਤਰ੍ਹਾਂ ਸੀ। ਸੋ ਫਸਟ ਵਰਕ ਤੁਸੀਂ ਦੇਖ ਸਕਦੇ ਹੋ ਕਿ 1963 ਦੇ ਵਿੱਚ ਆਇਆ ਹੈ ਨਾ, 9 ਦਾ ਉਲਟਾ 6 ਐਂਡ 6 ਦਾ ਹਾਫ 3 ਹੋ ਗਿਆ, ਠੀਕ ਹੈ ਜੀ। ਸੋ ਕ੍ਰਾਈ ਦ ਪੀਕੌਕ 1963 'ਚ ਆਇਆ। ਹੁਣ ਇੱਥੋਂ ਆਪਾਂ ਇੱਕ ਸਟੋਰੀ ਲਾਈਨ ਕ੍ਰੀਏਟ ਕਰਦੇ ਹਾਂ ਕਿ ਇੱਕ ਪੀਕੌਕ ਸੀ, ਇੱਕ ਪੀਕੌਕ ਸੀ, ਉਹ ਰੋ ਰਹੀ ਸੀ, ਤਾਂ 2 ਸਾਲ ਤੱਕ ਉਹ ਰੋਂਦੀ ਰਹੀ, 2 ਸਾਲ ਤੱਕ ਰੋਂਦੀ ਰਹੀ। ਤਾਂ ਨੈਕਸਟ ਵਰਕ ਕਦੋਂ ਆਇਆ 1965 ਵਿੱਚ, ਜਿਹੜਾ ਕਿ ਸੀ ਵੌਇਸ ਇਨ ਦ ਸਿਟੀ, ਮਤਲਬ 2 ਸਾਲ ਤੱਕ ਉਹ ਰੋਂਦੀ ਰਹੀ, ਉਹਦੀਆਂ ਆਵਾਜ਼ਾਂ ਸ਼ਹਿਰ 'ਚ ਜਾਂਦੀਆਂ ਰਹੀਆਂ, ਪਰ ਸ਼ਹਿਰ 'ਚ ਬਹੁਤ ਜ਼ਿਆਦਾ ਸ਼ੋਰ ਸੀ, ਕਿਸੇ ਨੂੰ ਪਤਾ ਨਹੀਂ ਲੱਗਿਆ। ਤਾਂ ਇੱਕ ਬਲੈਕਬਰਡ ਆਈ, ਬਲੈਕਬਰਡ ਨੇ ਕੀ ਕਿਹਾ ਕਿ ਉਸ ਲੋਕਾਂ ਨੂੰ ਦੱਸਿਆ, ਪੀਕੌਕ ਨੂੰ ਬਚਾਇਆ, ਤੇ ਪੀਕੌਕ ਨੇ ਕਿਹਾ ਕਿ ਹੁਣ ਤਾਂ ਮੈਂ ਇੱਥੇ ਨਹੀਂ ਰਹਿਣਾ, ਚਲੋ ਬਾਏ ਬਾਏ ਬਲੈਕਬਰਡ ਐਂਡ ਥੈਂਕ ਯੂ ਕਿ ਤੂੰ ਮੈਨੂੰ ਜਾਨ ਬਚਾਈ। ਤਾਂ ਬਲੈਕਬਰਡ ਕਹਿੰਦੀ ਕਿ ਮੈਂ ਵੀ ਤੇਰੇ ਨਾਲ ਜਾਵਾਂਗੀ, ਬਟ ਵੇਅਰ ਸ਼ੈਲ ਵੀ ਗੋ ਦਿਸ ਸਮਰ, ਪਰ ਆਪਾਂ ਇੰਨੀ ਗਰਮੀ ਦੇ ਵਿੱਚ ਕਿੱਥੇ ਜਾਵਾਂਗੇ, ਆਪਾਂ ਤਾਂ 75 ਸਾਲ ਇੱਥੇ ਰਹਿ ਚੁੱਕੇ ਆ, ਹੈ ਨਾ, 75 ਈਅਰਸ ਆਪਾਂ ਇੱਥੇ ਸਪੈਂਡ ਕਰ ਦਿੱਤੇ, ਤਾਂ ਹੁਣ ਆਪਾਂ ਇੰਨੀ ਗਰਮੀ 'ਚ ਕਿੱਥੇ ਜਾਵਾਂਗੇ। ਹਲੇ ਉਹ ਗੱਲ ਕਰ ਹੀ ਰਹੇ ਹੁੰਦੇ ਕਿ ਇੱਕ ਕੈਟ ਜੋ ਹੈ ਉਹ ਹਾਊਸ ਬੋਟ 'ਤੇ ਬੈਠ ਕੇ ਆ ਜਾਂਦੀ ਹੈ, ਦੈਟ ਇਜ਼ ਇਨ 1976। ਹੁਣ ਤੁਹਾਨੂੰ ਪਤਾ 75 to 80 ਤਾਂ ਤੁਹਾਡੀ ਸੀਰੀਜ਼ ਹੀ ਚੱਲਣੀ ਹੈ।
ਤਾਂ ਕੈਟ ਜੋ ਹੈ ਉਹ ਹਾਊਸ ਬੋਟ ਤੇ ਬੈਠ ਕੇ ਆ ਜਾਂਦੀ ਹੈ। ਉਹਨੂੰ ਪੁੱਛਿਆ ਕਿ ਤੂੰ ਇੱਥੇ ਕਿਵੇਂ ਆਈ ਹੈ, ਤਾਂ ਉਹ ਕਹਿੰਦੀ ਕਿ ਅੱਗ ਲੱਗ ਗਈ ਹੈ ਮਾਊਂਟੇਨ ਤੇ, ਤਾਂ ਫਾਇਰ ਔਨ ਦ ਮਾਊਂਟੇਨ, ਮਾਊਂਟੇਨ ਤੇ ਅੱਗ ਲੱਗ ਗਈ ਤਾਂ ਮੈਂ ਇੱਧਰ ਆ ਗਈ। ਉਹ ਕਹਿੰਦੇ ਕਿ ਮਾਊਂਟੇਨ ਤੇ ਤੂੰ ਕੀ ਕਰਨ ਗਈ ਸੀ, ਤਾਂ ਉਹ ਕਹਿੰਦੀ ਕਿ ਮੈਂ ਗੇਮਸ ਐਟ ਟਵਾਈਲਾਈਟ, ਕਿ ਮੈਂ ਟਵਾਈਲਾਈਟ ਗੇਮ ਖੇਲਣ ਗਈ ਸੀ ਉੱਥੇ। ਕਹਿੰਦੇ ਚਲੋ ਠੀਕ ਹੈ। ਕਹਿੰਦੇ ਇਸ ਤਾਂ ਇੱਥੋਂ ਚੱਲੇ ਸੀ, ਫਿਰ ਤੁਸੀਂ ਦੇਖ ਲਓ ਤੁਸੀਂ ਕਿੱਥੇ ਰਹਿਣਾ। ਤਾਂ ਅੱਗੋਂ ਦੀ ਉਹ ਕਹਿੰਦੀ ਕੈਟ ਤਾਂ ਪੀਕੌਕ ਗਾਰਡਨ ਚੱਲਦੇ ਆ। ਤੇ ਉਹ ਕਹਿੰਦੇ ਪੀਕੌਕ ਗਾਰਡਨ ਵੀ ਹੈ, ਤਾਂ ਪੀਕੌਕ ਤਾਂ ਬਹੁਤ ਖੁਸ਼ ਹੋ ਗਈ। ਉਹ ਕਹਿੰਦੇ ਪੀਕੌਕ ਗਾਰਡਨ ਚੱਲਦੇ ਆ, ਬਟ ਉੱਥੇ ਕੈਟ ਕਹਿੰਦੀ ਉੱਥੇ ਨਾ ਕਲੀਅਰ ਲਾਈਟ ਆਫ ਦ ਡੇ ਵੀ ਆਉਂਦੀ ਹੈ, ਮਤਲਬ ਦਿਨ ਦੀ ਬਹੁਤ ਹੀ ਸਾਫ਼ ਕਿਰਨਾਂ ਜੋ ਹੈ ਉੱਥੇ ਪੈਂਦੀਆਂ ਨੇ। ਸੋ ਸਾਰੇ ਮੰਨ ਜਾਂਦੇ ਆ, ਚੱਲ ਪੈਂਦੇ ਆ। ਇੱਕ ਹੋਰ ਗੱਲ ਇਹ ਕਹਿੰਦੀ ਹੈ ਕਿ ਵਿਲੇਜ ਬਾਏ ਦ ਸੀ, ਕਿ ਉੱਥੇ ਇੱਕ ਵਿਲੇਜ ਵੀ ਹੈ ਤੇ ਇੱਕ ਜੋ ਹੈ ਸੀ ਵੀ ਏਰੀਆ ਵੀ ਹੈ, ਠੀਕ ਹੈ, ਸਮੁੰਦਰ ਵੀ ਹੈ। ਸੋ ਖੁਸ਼ ਹੋ ਜਾਂਦੇ, ਸਭ ਚਲੇ ਜਾਂਦੇ, ਬਟ ਉੱਥੇ ਜਾ ਕੇ ਪੀਕੌਕ ਨਾਲ ਫਿਰ ਵਾਪਰ ਜਾਂਦੀ ਹੈ ਘਟਨਾ ਕਿ ਉਹਨੂੰ ਕਸਟਡੀ 'ਚ ਲੈ ਲਿਆ ਜਾਂਦਾ, ਕਿਉਂਕਿ ਬਹੁਤ ਸੋਹਣੀ ਹੁੰਦੀ ਹੈ ਪੀਕੌਕ। ਸੋ ਕਸਟਡੀ 'ਚ ਉਹਨੂੰ ਲੈ ਲਿਆ ਜਾਂਦਾ ਹੈ। ਬੂਮਸਗਾਰਟਨਰ ਬੰਬੇ, ਠੀਕ ਹੈ, ਬੂਮਸਗਾਰਟਨਰ ਬੰਬੇ ਵਿੱਚ ਉਹਨੂੰ ਲੈ ਜਾਇਆ ਜਾਂਦਾ ਹੈ ਕਿ ਤੁਸੀਂ ਹੁਣ ਜੇਲ੍ਹ 'ਚ ਰਹੋਗੇ ਬੰਬੇ ਦੀ। ਤਾਂ ਇਹ ਦੋਨੋਂ ਹੁਣ ਉਹਨੂੰ ਬਚਾਉਣ ਵਾਸਤੇ ਜਾਂਦੀਆਂ। ਤਾਂ ਇਹ ਦੋਨੋਂ ਕੈਟ ਤੇ ਬਰਡ, ਬਲੈਕ ਬਰਡ ਕੀ ਕਰਦੇ ਆ, ਜਰਨੀ ਟੂ ਇਠਾਕਾ, ਇਠਾਕਾ ਜਾਂਦੇ ਆ, ਠੀਕ ਹੈ। ਇਠਾਕਾ ਜਾ ਕੇ ਕੀ ਕਰਦੇ, ਉੱਥੇ ਰਸਤੇ 'ਚ ਹੁਣ ਕਦੇ ਖਾਣ ਨੂੰ ਮਿਲਦਾ ਕਦੇ ਨਹੀਂ ਮਿਲਦਾ। ਸੋ ਫਾਸਟਿੰਗ ਫੀਸਟਿੰਗ, ਯਾਨੀ ਫਾਸਟ ਰੱਖਦੇ ਹੋਏ ਚਲੇ ਜਾਂਦੇ, ਕੁਛ ਦਿਨ ਇਹਨਾਂ ਦੇ ਫਾਸਟ 'ਚ ਗੁਜ਼ਰ ਜਾਂਦੇ ਆ। ਨੈਕਸਟ ਆ ਗਿਆ ਜੀ, ਰਸਤੇ ਵਿੱਚ ਬਹੁਤ ਜ਼ਿਆਦਾ ਮਿੱਟੀ ਹੁੰਦੀ ਹੈ ਤੇ ਇਹਨਾਂ ਨੂੰ ਮਿੱਟੀ 'ਚੋਂ ਡਾਇਮੰਡਸ ਮਿਲ ਜਾਂਦੇ, ਤਾਂ ਡਾਇਮੰਡ ਡਸਟ ਐਂਡ ਅਦਰ ਸਟੋਰੀਜ਼। ਸੋ ਇਹ ਵੀ ਇਹਨਾਂ ਦਾ ਵਰਕ ਹੈ। ਨੈਕਸਟ ਆ ਗਿਆ ਜਿਹੜਾ ਰਸਤਾ ਸੀਗਾ, ਜਦੋਂ ਇਹ ਇਹਨੂੰ ਲੱਭਣ ਜਾ ਰਹੇ ਸੀ, ਉਹ ਰਸਤਾ ਬੜਾ ਹੀ ਉਬੜ ਖਾਬੜ ਸੀ, ਟੇਢਾ ਮੇਢਾ ਸੀ। ਸੋ ਉੱਥੇ ਕੀ ਹੈ, ਜ਼ਿਗਜ਼ੈਗ ਵੇ 2004 ਵਿੱਚ ਆਇਆ, ਠੀਕ ਹੈ। ਨੈਕਸਟ ਹੈ ਜਦ ਆਰਟ ਆਫ ਡਿਸਅਪੀਅਰੈਂਸ। ਹੁਣ ਆਰਟਿਸਟ ਆਫ ਡਿਸਅਪੀਅਰੈਂਸ, ਸੌਰੀ, ਇੱਕ ਇਹਨਾਂ ਨੂੰ ਆਰਟਿਸਟ ਮਿਲਿਆ ਜੋ ਕਿ ਕਦੇ ਅਪੀਅਰ ਹੋ ਜਾਂਦਾ ਸੀ, ਕਦੇ ਡਿਸਅਪੀਅਰ ਹੋ ਜਾਂਦਾ ਸੀ। ਤਾਂ ਉਹਨੇ ਉਹਨੂੰ ਪੁਆਇੰਟ ਦੱਸਿਆ ਕਿ ਤੁਹਾਡੀ ਪੀਕੌਕ ਇੱਥੇ ਹੈ, ਜਾ ਕੇ ਤੁਸੀਂ ਆਪਣੀ ਪੀਕੌਕ ਨੂੰ ਲੈ ਆਓ। ਸੋ ਇਸ ਤਰੀਕੇ ਨਾਲ ਤੁਸੀਂ ਜੋ ਹੈ ਸਟੋਰੀ ਨੂੰ ਯਾਦ ਕਰ ਸਕਦੇ ਹੋ, ਸਟੋਰੀ ਲਾਈਨ ਬਣਾ ਕੇ ਜੋ ਹੈ ਵਰਕਸ ਨੂੰ ਯਾਦ ਕਰ ਸਕਦੇ ਹੋ, ਪਲੱਸ ਉਹਨਾਂ ਦੇ ਈਅਰਸ ਨੂੰ। ਸੋ ਲਾਸਟ ਵਰਕ ਦਾ ਈਅਰ ਵੀ ਯਾਦ ਰੱਖੋ, ਦੈਟ ਇਜ਼ ਇਨ 2011। ਜ਼ਿਗਜ਼ੈਗ ਵੇ ਜੋ ਹੈ ਉਹ 2004 ਵਿੱਚ ਆਇਆ ਸੀ। ਸਟੋਰੀ ਲਾਈਨ ਜੋ ਹੈ ਹੁਣ ਤੁਹਾਨੂੰ ਇਹ ਕਲੀਅਰ ਹੀ ਹੋਏਗੀ ਕਿ ਸਭ ਤੋਂ ਪਹਿਲਾਂ ਕੀ ਸੀ, ਇੱਕ ਪੀਕੌਕ ਰੋ ਰਹੀ ਸੀ, ਕ੍ਰਾਈ ਦ ਪੀਕੌਕ, ਠੀਕ ਹੈ, 1963 ਦੇ ਵਿੱਚ ਰੋ ਰਹੀ ਸੀ। 2 ਸਾਲ ਬਾਅਦ ਕੀ ਹੈ, ਵੌਇਸ ਇਨ ਦ ਸਿਟੀ, 2 ਸਾਲ ਤੱਕ ਆਵਾਜ਼ਾਂ ਜੋ ਹੈ ਸਿਟੀ 'ਚ ਜਾਂਦੀਆਂ ਰਹੀਆਂ। ਅਗੇਨ 1971 ਦੇ ਵਿੱਚ ਬਾਏ ਬਾਏ ਬਲੈਕਬਰਡ, ਬਲੈਕਬਰਡ ਨੂੰ ਬਾਏ ਕੀਤਾ। ਕਹਿੰਦੀ ਵੇਅਰ ਸ਼ੈਲ ਵੀ ਗੋ ਦਿਸ ਸਮਰ, ਕੇ ਇਸ ਗਰਮੀ 'ਚ ਅਸੀਂ ਕਿੱਥੇ ਜਾਵਾਂਗੇ, ਅਸੀਂ 75 ਸਾਲ ਇੱਥੇ ਰਹਿ ਚੁੱਕੇ ਹਾਂ, ਯਾਨੀ 1975। ਦੈਨ ਉਹ ਕਹਿੰਦੇ ਆ ਗੱਲ ਹੀ ਕਰ ਰਹੇ ਹੁੰਦੇ ਕਿ ਕੈਟ ਔਨ ਅ ਹਾਊਸ ਬੋਟ, ਕੈਟ ਜੋ ਹੈ ਹਾਊਸ ਬੋਟ ਤੇ ਬੈਠ ਕੇ ਆ ਜਾਂਦੀ ਹੈ, ਦੈਟ ਇਜ਼ ਇਨ 1976, ਠੀਕ ਹੈ। ਉਹ ਕੀ ਕਹਿੰਦੇ ਕੀ ਹੋ ਗਿਆ, ਉਹ ਕਹਿੰਦੇ ਫਾਇਰ ਲੱਗ ਗਈ ਹੈ, ਅੱਗ ਲੱਗ ਗਈ ਹੈ ਮਾਊਂਟੇਨ ਤੇ, ਦੈਨ ਫਾਇਰ ਔਨ ਦ ਮਾਊਂਟੇਨ 1977, ਅੱਗ ਲੱਗ ਗਈ, ਕੀ ਕਰ ਰਹੀ ਸੀ, ਉਹ ਕਹਿੰਦੀ ਮੈਂ ਗੇਮਸ ਖੇਲ ਰਹੀ ਸੀ, ਗੇਮਸ ਐਟ ਟਵਾਈਲਾਈਟ 1978। ਨੈਕਸਟ ਉਹ ਕਹਿੰਦੇ ਹੁਣ ਫਿਰ ਆਪਾਂ ਕੀ ਕਰੀਏ, ਕਹਿੰਦੇ ਆਪਾਂ ਪੀਕੌਕ ਗਾਰਡਨ ਚੱਲਦੇ ਹਾਂ, ਤਾਂ ਪੀਕੌਕ ਗਾਰਡਨ 1979। ਨੈਕਸਟ ਆ ਗਿਆ ਜੀ ਪੀਕੌਕ ਗਾਰਡਨ 'ਚ ਕੀ ਹੈ, ਉਹ ਕਹਿੰਦੀ ਹੈ ਕਿ ਕਲੀਅਰ ਲਾਈਟ ਆਫ ਦ ਡੇ ਹੈ, ਯਾਨੀ ਕਿ 1980 ਦੇ ਵਿੱਚ ਜੋ ਹੈ ਆਟੋਬਾਇਓਗ੍ਰਾਫੀ ਹੈ, ਦੈਟ ਇਜ਼ ਕਲੀਅਰ ਲਾਈਟ ਆਫ ਦ ਡੇ। ਫਿਰ ਉਹ ਕਹਿੰਦੇ ਕਿ ਵਿਲੇਜ ਬਾਏ ਦ ਸੀ, ਉੱਥੇ ਵਿਲੇਜ ਵੀ ਹੈ ਜਿਹਦੇ ਨਾਲ ਕੀ ਹੈ ਸਮੁੰਦਰ ਵੀ ਹੈ। ਸੋ ਵਿਲੇਜ ਬਾਏ ਦ ਸੀ 1982, 2 ਸਾਲ ਬਾਅਦ ਆਇਆ। ਉੱਥੇ 1984 'ਚ ਕੀ ਹੋ ਗਏ, ਪੀਕੌਕ ਨੂੰ ਕਸਟਡੀ 'ਚ ਲੈ ਲਿਆ, ਇਨ ਕਸਟਡੀ, ਠੀਕ ਹੈ। ਨੈਕਸਟ ਆ ਗਿਆ ਕਿੱਥੇ ਲੈ ਕੇ ਗਏ, ਬੂਮਸਗਾਰਟਨਰ ਬੰਬੇ ਦੇ ਵਿੱਚ ਲੈ ਕੇ ਗਏ 1988 ਵਿੱਚ, 4 ਸਾਲ ਉੱਥੇ ਰਹੀ ਉਹ। ਜਰਨੀ ਟੂ ਇਠਾਕਾ ਇਹਨਾਂ ਨੇ ਕੀਤੀ 1995 'ਚ, ਫਾਸਟ ਰੱਖਦੇ ਹੋਏ ਗਏ 1999 ਤੱਕ। ਐਂਡ ਡਾਇਮੰਡ ਸੀ ਮਿਲੇ ਇਹਨਾਂ ਨੂੰ, ਡਸਟ ਵੀ ਪਈ ਇਹਨਾਂ ਤੇ 2000 'ਚ। 2004 ਦੇ ਵਿੱਚ ਜ਼ਿਗਜ਼ੈਗ ਰਸਤਾ ਸੀ, ਠੀਕ ਹੈ। ਤੇ ਲਾਸਟ ਵਿੱਚ ਦ ਆਰਟਿਸਟ ਆਫ ਡਿਸਅਪੀਅਰੈਂਸ 2011। ਸੋ ਯੂ ਕੈਨ ਰਿਮੈਂਬਰ ਦ ਵਰਕਸ ਲਾਈਕ ਦਿਸ, ਹੈ ਨਾ। ਯੂ ਕੈਨ ਕ੍ਰੀਏਟ ਯੋਰ ਓਨ ਸਟੋਰੀ, ਜਿਸ ਤਰੀਕੇ ਨਾਲ ਵੀ ਤੁਸੀਂ ਯਾਦ ਕਰ ਸਕਦੇ ਹੋ, ਟ੍ਰਿਕ ਬਣਾ ਕੇ ਯਾਦ ਕਰ ਲਓ, ਉਸ ਟ੍ਰਿਕ ਨੂੰ ਲਿਖ ਲਓ, ਕਿਉਂਕਿ ਅੱਜ ਟ੍ਰਿਕ ਯਾਦ ਹੈ, ਮਹੀਨੇ 2 ਮਹੀਨੇ ਬਾਅਦ ਨਹੀਂ ਯਾਦ ਰਹੇਗੀ। ਸੋ ਬੈਟਰ ਦੈਟ ਕਿ ਅਗਰ ਤੁਸੀਂ ਟ੍ਰਿਕ ਲਿਖੀ ਹੋਏਗੀ 2 ਮਹੀਨੇ ਬਾਅਦ ਵੀ ਪੜ੍ਹੋਗੇ ਤੁਹਾਨੂੰ ਚੀਜ਼ਾਂ ਕਲੀਅਰ ਹੋ ਜਾਣਗੀਆਂ। ਸੋ ਦਿਸ ਇਜ਼ ਦ ਵੇ ਯੂ ਕੈਨ ਲਰਨ ਦ ਵਰਕਸ। ਨੈਕਸਟ ਦ ਮੋਸਟ ਇੰਪੋਰਟੈਂਟ ਥਿੰਗਸ, ਇੱਕ ਪਰਸਨ ਦਾ ਅਵਾਰਡ, ਰਾਈਟਰ ਹੈ, ਪੋਇਟ ਹੈ, ਉਸਨੂੰ ਕਿਹੜੇ ਅਵਾਰਡ ਮਿਲੇ ਹੈ ਨਾ। ਸੋ ਉਹ ਵੀ ਬਹੁਤ ਇੰਪੋਰਟੈਂਟ ਹੁੰਦੇ ਆ। ਸਭ ਤੋਂ ਪਹਿਲਾਂ ਜੋ ਮੈਂ ਤੁਹਾਨੂੰ ਕਿਹਾ ਸਾਹਿਤਯ ਅਕਾਦਮੀ ਅਵਾਰਡ, ਦੈਟ ਇਜ਼ ਇਨ ਅ ਬਲੂ ਲਾਈਨ, ਮੈਨੂੰ ਹਾਈਲਾਈਟ ਕੀਤਾ ਹੈ। ਕਿਉਂ? ਕਿਉਂਕਿ ਇਹ ਮੋਸਟ ਇੰਪੋਰਟੈਂਟ ਹੈ। 1978 ਵਿੱਚ ਮਿਲਿਆ, ਵਰਕ 1977 'ਚ ਲਿਖ ਗਿਆ ਸੀ, ਠੀਕ 1 ਸਾਲ ਬਾਅਦ ਜੋ ਹੈ ਇਹਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਫਾਇਰ ਔਨ ਦ ਮਾਊਂਟੇਨ ਵਾਸਤੇ। ਕੁਝ ਹੋਰ ਅਵਾਰਡਸ ਵੀ ਹੈ, ਲਾਈਕ ਪਦਮ ਭੂਸ਼ਣ ਹੈ, ਦੈਟ ਇਜ਼ ਇਨ 2014 'ਚ ਇਹਨਾਂ ਨੂੰ ਮਿਲਿਆ। ਅੱਗੇ ਆ ਗਿਆ ਗਾਰਡੀਅਨ ਚਿਲਡਰਨਸ ਫਿਕਸ਼ਨ ਨਾਵਲ, ਜੋ ਕਿ 1983 'ਚ ਮਿਲਿਆ, ਦ ਵਿਲੇਜ ਬਾਏ ਦ ਸੀ ਵਾਸਤੇ। ਬੈਂਸਨ ਮੈਡਲ ਬਾਏ ਰਾਇਲ ਸੁਸਾਇਟੀ ਆਫ ਲਿਟਰੇਚਰ 2005 ਵਿੱਚ ਮਿਲਿਆ।
ਵਿੰਸਫੋਰਡ ਹੋਲੀ ਮੈਮੋਰੀਅਲ ਪ੍ਰਾਈਜ਼ 1978 ਵਿੱਚ ਹੀ ਮਿਲਿਆ, ਬਟ ਇਟ ਇਜ਼ ਔਨ ਫॉर द फायर ऑन द माउंटेन। सो ये भी जो है इंपॉर्टेंट है। मोस्ट इंपॉर्टेंट जो है दैट इज़ हाईलाइटेड विद द ब्लू पेन, एंड बाकी दे भी असी भुलने नहीं है। सो ये तो हो गए जी अवार्ड्स, ठीक है। नैक्सट हुण आपां की करना है जी, नैक्सट आपां इन्हां दे जो है वर्क्स, इंपॉर्टेंट वर्क्स है वो ब्रीफ दे विच डिस्कस करांगे। अज जो है आपां इन्हां दी बायो नूं डिस्कस किया है, बायोग्राफी नूं कि की चीज़ां इंपॉर्टेंट वर्क्स जो है वो आपां वो देख लिते कि की लिखिया है, मेन चीज़ां जो है आपां सब गल कर लीती है। सो नैक्सट लैक्चर दे विच जो है असीं इन्हां दे वर्क्स नूं डिस्कस करांगे। प्लीज़ स्टे कनैक्टेड। अगर तुहानूं अच्छा लगे दैन प्लीज़ जॉइन द ग्रुप। थैंक यू सो मच।